हाँ जी, स्वागत है प्यारे विद्यार्थियों तुहाडा एक बार फिर। अज आपां जो तुहाडा इस वार इस हफ्ते 8वीं जमात ਅਤੇ 10वीं जमात ਦਾ ਨੈਸ ਦਾ ਇੱਕ ਹਫ਼ਤਾਵਾਰੀ ਅਭਿਆਸ ਟੈਸਟ ਹੋਏਗਾ, ਜਿਹਦੇ ਵਿੱਚ ਤੁਹਾਨੂੰ ਜਿਹੜਾ ਤੁਹਾਡਾ ਸੈਂਪਲ ਪੇਪਰ 5 ਹੈ, ਠੀਕ ਹੈ, ਨੈਸ ਆਧਾਰਿਤ ਪ੍ਰਸ਼ਨ ਨੰਬਰ 5, ਇਸ ਦੇ ਵਿੱਚ ਜਿਹੜੇ 30 ਕੁਐਸਚਨ ਹੈਗੇ ਇਹ ਤੁਹਾਨੂੰ ਪੇਪਰ ਦੇ ਵਿੱਚ ਟੈਸਟ ਦੇ ਵਿੱਚ ਪੁੱਛੇ ਆਉਣਗੇ। ਇਸ ਕਰਕੇ ਆਪਾਂ ਇਹਨਾਂ ਨੂੰ ਤੁਹਾਡੇ ਲਈ ਹੱਲ ਕਰਾਂਗੇ। बेशक इन्हों के उत्तर पहले टिक किए गए। अगर तुम कुछ सीखना गा, ठीक है, इन्होंने प्रश्नों के नाल कुछ होर प्रश्नों के उत्तर जानने है तो वीडियो में शुरू तो अखीर तक ध्यान के नाल वेखियो, ठीक है। तो आओ शुरू कर देंगे। सब तो पहला प्रश्न अपने को सांझे खेतर के उद्योग हैं। हाँ जी, जो सांझे खेतर के उद्योग होंगे है वो की होंगे एक पासे सरकार तो कुछ जोड़े निजी अदारे है, प्राइवेट एजेंसियां ने, लोग ने, उन्होंने द्वारा मिल के बनाई जाती है। तो ये तीजी ऑप्शन सही है अपने को, ਉਹ ਉਦਯੋਗ ਜੋ ਸਰਕਾਰ ਅਤੇ ਪ੍ਰਾਈਵੇਟ ਲੋਕਾਂ ਦੁਆਰਾ ਲਗਾਏ ਜਾਂਦੇ ਹਨ। ਪ੍ਰਸ਼ਨ ਨੰਬਰ 2 ਦੇਖੋ, ਉਹ ਮੁੱਖ ਫਸਲ ਜੋ ਨੀਵੇਂ ਇਲਾਕਿਆਂ ਤੋਂ ਲੈ ਕੇ ਉੱਚੇ ਪਹਾੜੀ ਇਲਾਕਿਆਂ ਤੱਕ ਉਗਾਈ ਜਾ ਸਕਦੀ ਹੈ, ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇਹ ਫਸਲ ਜ਼ਿਆਦਾਤਰ ਨਵੰਬਰ-ਦਸੰਬਰ ਦੇ ਮਹੀਨੇ ਵਿੱਚ ਉਗਾਈ ਜਾਂਦੀ ਹੈ। ਕੀ ਤੁਸੀਂ ਇਸ ਫਸਲ ਦਾ ਨਾਮ ਦੱਸ ਸਕਦੇ ਹੋ? ਦੇਖੋ ਵੀ ਨਵੰਬਰ-ਦਸੰਬਰ ਦੇ ਮਹੀਨੇ ਵਿੱਚ ਕਿਹੜੀ ਫਸਲ ਉਗਾਈ ਜਾਂਦੀ ਹੈ? ਕਣਕ। प्रश्न नंबर 3, मन लो जेकर यूरोप के 12%, अफ्रीका के 13% और एशिया महाद्वीप के 60% जनसंख्या पाई जाती है, तो इन्हों तो इलावा होर महाद्वीपों में किन्ने परसेंट जनसंख्या पाई जाती है? देखो हम सानू 3 फिगर दिते है, 12, 13 और 60। इन्हों प्लस कर लो, किन्ना आ जाएगा? 85। 100 के आप 85 माइनस कर देंगे, किन्ना रह जाओ अपने को? 15%। तो दूजे महाद्वीपों के 15% जनसंख्या पाई जाती है। प्रश्न नंबर 4, चित्र का प्रेखण करो तो दसो कि इस आफत तो बचा ली तुसी की करोगे। पहले तो देखो चित्र में ध्यान देना, देखो किहड़ी आफत है? चक्रवात जिहड़े कि आए हुए है। देखो तो इस तो बचा दे लई की करांगे भी आपां, जेकर कहंदा लहरां तटी इलाकों वाल तेजी नाल आ रही होण तां उत्थों असीं दूर चले जावांगे, ठीक है। प्रश्न नंबर 5, ਹੇਠਾਂ ਦਿੱਤੇ ਸੰਸਾਰ ਦੇ ਨਕਸ਼ੇ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਕਿ ਦਰਸਾਏ ਸਥਾਨਾਂ ਤੇ ਸਭ ਤੋਂ ਵੱਧ ਕਿਹੜਾ ਖਣਿਜ ਮਿਲਦਾ ਹੈਗਾ। ਹਾਂਜੀ, ਤੁਹਾਨੂੰ ਇੱਕ ਨਕਸ਼ਾ ਦਿੱਤਾ ਗਿਆ ਹੈਗਾ, ਤਾਂ ਇੱਥੇ ਸਭ ਤੋਂ ਵੱਧ ਪਾਇਆ ਜਾਣ ਵਾਲਾ ਖਣਿਜ ਕਿਹੜਾ ਹੈਗਾ? ਕੋਲਾ, ਠੀਕ ਹੈ, ਸਭ ਤੋਂ ਵੱਧ ਪਾਇਆ ਜਾਣ ਵਾਲਾ ਖਣਿਜ ਕੋਲਾ। ਪ੍ਰਸ਼ਨ ਨੰਬਰ 6, ਉਹ ਕਿਹੜੇ ਕੁਦਰਤੀ ਸਾਧਨ ਹਨ ਜਿਨ੍ਹਾਂ ਨੂੰ ਜੇਕਰ ਅਸੀਂ ਸੰਜਮ ਨਾਲ ਨਾ ਵਰਤਿਆ ਤਾਂ ਹਮੇਸ਼ਾ ਲਈ ਖਤਮ ਹੋ ਜਾਣਗੇ? ਹਾਂਜੀ, ਕਿਹੜੇ ਨੇ ਵੀ ਇਹ? ਮੁੱਕਣਯੋਗ ਸਾਧਨ, ਠੀਕ ਹੈ, ਜਾਂ ਨਾ ਨਵਿਆਣਯੋਗ ਸਾਧਨ, ਜਿਵੇਂ ਕੋਲਾ ਅਤੇ ਪੈਟਰੋਲੀਅਮ। ਇਹ ਦੋਨੋਂ ਸਾਧਨ ਨਾ ਨਵਿਆਣਯੋਗ ਸਾਧਨ ਨੇ। ਜੇਕਰ ਇਹਨਾਂ ਦੀ ਇਸੇ ਤਰੀਕੇ ਦੇ ਨਾਲ ਬਹੁਤ ਤੇਜ਼ ਵਰਤੋਂ ਹੁੰਦੀ ਰਹੀ ਤਾਂ ਇੱਕ ਦਿਨ ਖਤਮ ਹੋ ਜਾਣਗੇ। ਪ੍ਰਸ਼ਨ ਨੰਬਰ 7, ਕੁਦਰਤੀ ਸਾਧਨਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਹਾਂਜੀ, ਕਿ ਇੱਕ ਤਾਂ ਇਹਨਾਂ ਦੀ ਸਹੀ ਅਤੇ ਲੰਮੇ ਸਮੇਂ ਲਈ ਵਰਤੋਂ ਹੋਣੀ ਚਾਹੀਦੀ ਹੈ। ਦੂਜਾ, ਦੁਬਾਰਾ ਵਰਤੋਂ ਕੀਤੇ ਜਾ ਸਕਣ ਵਾਲੇ ਪਦਾਰਥਾਂ ਦੀ ਮੁੜ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਦਾ ਗਿਆਨ, ਵਿੱਦਿਆ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਣਾ ਚਾਹੀਦਾ। ਉਪਰੋਕਤ ਸਾਰੇ ਹੀ ਇਹਦੇ ਲਈ ਸਹੀ ਉੱਤਰ ਆ ਜਾਣਗੇ। ਪ੍ਰਸ਼ਨ ਨੰਬਰ 8, ਹੇਠਾਂ ਦਿੱਤੇ ਸੰਸਾਰ ਦੇ ਨਕਸ਼ੇ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਕਿ ਗੂੜੇ ਰੰਗ ਨਾਲ ਦਰਸਾਏ ਸਥਾਨਾਂ 'ਤੇ ਸਭ ਤੋਂ ਵੱਧ ਕਿਹੜੀ ਫਸਲ ਪਾਈ ਜਾਂਦੀ ਹੈ। ਹਾਂਜੀ, ਦੇਖੋ ਵੀ ਇਹਦੇ ਵਿੱਚ ਚੀਨ, ਭਾਰਤ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਤੇ ਕਹਿੰਦੇ ਇੱਥੇ ਸਭ ਤੋਂ ਵੱਧ ਕਿਹੜੀ ਫਸਲ ਉਗਾਈ ਜਾਂਦੀ ਹੈ? ਚਾਵਲ ਦੀ। ਪ੍ਰਸ਼ਨ ਨੰਬਰ 9, ਪਟਸਨ ਭਾਰਤ ਸਮੇਤ ਸੰਸਾਰ ਦੇ ਹੋਰ ਬਹੁਤ ਸਾਰੇ ਦੇਸ਼ ਪੈਦਾ ਕਰਦੇ ਹਨ। ਤੁਸੀਂ ਦੱਸੋ ਕਿ ਪਟਸਨ ਦੀ ਫਸਲ ਲਈ ਕਿਹੋ ਜਿਹਾ ਜਲਵਾਯੂ ਚਾਹੀਦਾ ਹੈ? ਜੀ, ਕਿਹੋ ਜਿਹਾ ਜਲਵਾਯੂ ਹੋਣਾ ਚਾਹੀਦਾ? ਵੀ ਗਰਮ ਅਤੇ ਤਰ ਜਲਵਾਯੂ। ਭਾਰਤ ਦੇ ਵਿੱਚ ਪਟਸਨ ਕਿੱਥੇ ਉਗਾਈ ਜਾਂਦੀ ਹੈ? ਵੀ ਪੱਛਮੀ ਬੰਗਾਲ ਦੇ ਵਿੱਚ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਗਾ, ਭਾਰਤ ਦੇ ਵਿੱਚ ਪਟਸਨ ਉਗਾਉਣ ਵਾਲਾ ਰਾਜ ਕਿਹੜਾ ਹੈਗਾ? ਪੱਛਮੀ ਬੰਗਾਲ। ਪ੍ਰਸ਼ਨ ਨੰਬਰ 10, ਬਾਰ ਗ੍ਰਾਫ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਕਿ ਸਾਲ 2000 ਦੇ ਵਿੱਚ ਉਹ ਕਿਹੜਾ ਦੇਸ਼ ਸੀ ਜਿਸ ਦੀ ਜਨਸੰਖਿਆ ਸਭ ਤੋਂ ਵੱਧ ਸੀ? ਹਾਂਜੀ, ਦੇਖੋ ਜੋ ਸਭ ਤੋਂ ਲਾਈਟ ਕਲਰ ਦਾ, ਹਲਕੇ ਕਲਰ ਦਾ ਉਹ ਦੇਖਣਾ ਆਪਾਂ ਨੇ। ਸਭ ਤੋਂ ਵੱਧ ਅਗਰ ਤੁਸੀਂ ਇੱਥੇ ਦੇਖੋਗੇ ਤੁਹਾਡੀ ਵਰਕਬੁੱਕ ਦੇ ਵਿੱਚ ਤਾਂ ਜਿਹੜੀ ਨਾਈਜੀਰੀਆ ਵਾਲਾ, ਠੀਕ ਹੈ, ਉਸ ਦੀ 2000 ਦੇ ਵਿੱਚ ਸਭ ਤੋਂ ਵੱਧ ਜਨਸੰਖਿਆ ਸੀ। ਤੀਜੀ ਆਪਸ਼ਨ ਸਹੀ ਆ ਜਾਏਗੀ ਇਹਦੇ ਵਿੱਚ। ਪ੍ਰਸ਼ਨ ਨੰਬਰ 11 ਹੈ ਆਪਣੇ ਕੋਲ,
ਭਾਰਤ ਦੇ ਇੱਕ ਰਾਜ ਨੂੰ ਛਾਇਆਦਾਰ ਦਿਖਾਇਆ ਗਿਆ ਹੈ ਜਿੱਥੇ ਜਨਸੰਖਿਆ ਘਣਤਾ ਸਭ ਤੋਂ ਵੱਧ ਹੈ। ਇਸ ਦੀ ਪਛਾਣ ਕਰੋ। ਹਾਂਜੀ, ਇਹ ਛਾਇਆਦਾਰ ਰਾਜ ਹੈਗਾ ਜਿਹਦੀ ਜਨਸੰਖਿਆ ਘਣਤਾ ਸਭ ਤੋਂ ਵੱਧ ਹੈ। ਇਸ ਰਾਜ ਦਾ ਕੀ ਨਾਮ ਹੈ ਵੀ? ਬਿਹਾਰ। ਠੀਕ ਹੈ, ਹੁਣ ਦੇਖੋ ਸਭ ਤੋਂ ਵੱਧ ਜਨਸੰਖਿਆ ਘਣਤਾ ਵਾਲਾ ਰਾਜ ਤਾਂ ਆਪਣੇ ਕੋਲ ਬਿਹਾਰ ਆ ਗਿਆ। ਜੇ ਤੁਹਾਨੂੰ ਪੁੱਛਿਆ ਜਾਏ ਵੀ ਸਭ ਤੋਂ ਘੱਟ ਵਸੋਂ ਘਣਤਾ ਵਾਲਾ ਰਾਜ, ਫਿਰ ਇੱਥੇ ਹੀ ਹੈ ਅਰੁਣਾਚਲ ਪ੍ਰਦੇਸ਼। ਠੀਕ ਹੈ, ਦੋਨੇ ਯਾਦ ਰੱਖਿਓ। ਸਭ ਤੋਂ ਵੱਧ ਵਸੋਂ ਘਣਤਾ ਵਾਲਾ ਰਾਜ ਜਾਂ ਜਨਸੰਖਿਆ ਘਣਤਾ ਵਾਲਾ ਰਾਜ ਬਿਹਾਰ, ਤੇ ਸਭ ਤੋਂ ਘੱਟ ਵਾਲਾ ਅਰੁਣਾਚਲ ਪ੍ਰਦੇਸ਼। ਪ੍ਰਸ਼ਨ ਨੰਬਰ 12, ਬਾਰ ਗ੍ਰਾਫ ਦੇ ਆਧਾਰ ਤੇ ਪਤਾ ਕਰੋ ਕਿ 1971 ਤੋਂ 1991 ਤੱਕ ਕਿੰਨੇ ਲੱਖ ਜਨਸੰਖਿਆ ਦਾ ਵਾਧਾ ਹੋਇਆ ਹੈ। ਹਾਂਜੀ ਦੇਖੋ 1991 ਤੇ 71, 1971 ਦੇ ਵਿੱਚ ਕਿੰਨੀ ਸੀ? 55। 1991 ਦੇ ਵਿੱਚ ਕਿੰਨੀ ਹੋ ਗਈ? 110। ਤਾਂ 110 ਦੇ ਵਿੱਚੋਂ 55 ਘਟਾ ਲਾਂਗੇ। ਠੀਕ ਹੈ, ਕਿੰਨੇ ਲੱਖ? 55 ਲੱਖ ਦਾ ਵਾਧਾ ਹੋਇਆਗਾ। ਪ੍ਰਸ਼ਨ ਨੰਬਰ 13, ਪਾਈ ਚਾਰਟ ਦੇ ਆਧਾਰ ਤੇ ਦੱਸੋ ਕਿ ਪੜ੍ਹੇ ਲਿਖੇ ਮਰਦਾਂ ਦੀ ਗਿਣਤੀ ਇਸਤਰੀਆਂ ਨਾਲੋਂ ਕਿੰਨੇ ਪ੍ਰਤੀਸ਼ਤ ਵੱਧ ਹੈ। ਜੇਕਰ ਤੁਸੀਂ ਇੱਥੇ ਦੇਖੋਗੇ ਤਾਂ ਜਿਹੜੇ ਪੜ੍ਹੇ ਲਿਖੇ ਮਰਦ ਹੈਗੇ ਇਹਨਾਂ ਦੀ ਇੱਥੇ ਤੁਹਾਨੂੰ ਦਿੱਤੀ ਗਈ ਪਰਸੈਂਟੇਜ। ਠੀਕ ਹੈ, ਇਸ ਤੋਂ ਬਾਅਦ ਜਿਹੜੀਆਂ ਪੜ੍ਹੀਆਂ ਲਿਖੀਆਂ ਔਰਤਾਂ ਨੇ ਇਹਨਾਂ ਦੀ ਵੀ ਆਪਾਂ ਨੂੰ ਪਰਸੈਂਟੇਜ ਇੱਥੇ ਦਿੱਤੀ ਗਈ ਹੈਗੀ। ਇਹਨਾਂ ਨੂੰ ਆਪਾਂ ਕੀ ਕਰਾਂਗੇ? ਇਸ ਨੂੰ ਆਪਾਂ ਸਿੰਪਲੀ ਇਹਦੇ ਵਿੱਚੋਂ ਘਟਾ ਦਾਂਗੇ। ਠੀਕ ਹੈ, ਜਿਵੇਂ ਜਿਹੜੇ ਪੜ੍ਹੇ ਲਿਖੇ ਮਰਦ ਹੈਗੇ ਇਹਨਾਂ ਦੀ ਪਰਸੈਂਟੇਜ ਹੈਗੀ ਇੱਥੇ ਆਪਣੇ ਕੋਲ 35। ਠੀਕ ਹੈ, ਪੜ੍ਹੀਆਂ ਲਿਖੀਆਂ ਔਰਤਾਂ ਦੀ ਪਰਸੈਂਟੇਜ ਹੈ 33। ਤਾਂ ਇੱਥੇ ਆਪਣੇ ਕੋਲ 2% ਉੱਤਰ ਆ ਜਾਏਗਾ। ਪ੍ਰਸ਼ਨ ਨੰਬਰ 14, ਆਧੁਨਿਕ ਭਾਰਤੀ ਇਤਿਹਾਸ ਦਾ ਉਹ ਕਿਹੜਾ ਸੋਮਾ ਹੈ ਜਿਸ ਦੀ ਸਹਾਇਤਾ ਨਾਲ ਅਸੀਂ ਮੱਧਕਾਲ ਅਤੇ ਪ੍ਰਾਚੀਨ ਕਾਲ ਦੇ ਸਾਹਿਤ, ਕਲਾ ਅਤੇ ਸੰਗੀਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਹਾਂਜੀ, ਇਹਨਾਂ ਬਾਰੇ ਸਾਨੂੰ ਜਾਣਕਾਰੀ ਦੇਣ ਵਾਲੇ ਕਿਹੜੇ ਸਰੋਤ ਨੇ? ਪੁਸਤਕਾਂ, ਉਸ ਸਮੇਂ ਦੇ ਗ੍ਰੰਥ ਜਾਂ ਪੁਸਤਕਾਂ। ਪ੍ਰਸ਼ਨ ਨੰਬਰ 15, ਚਿੱਤਰ ਦਾ ਪ੍ਰੀਖਣ ਕਰੋ ਤੇ ਦੱਸੋ ਕਿ ਗਵਰਨਰ ਜਨਰਲ ਹੇਠ ਲਿਖਿਆਂ ਵਿੱਚੋਂ ਕਿਹੜੀ ਨੀਤੀ ਨਾਲ ਅੰਗਰੇਜ਼ ਸਾਮਰਾਜ ਦਾ ਹੋਰ ਵਿਸਥਾਰ ਕੀਤਾ। ਹਾਂਜੀ, ਕਿਹੜੀ ਸੀ? ਸਹਾਇਕ ਸੰਧੀ। ਤੇ ਇਸ ਗਵਰਨਰ ਜਨਰਲ ਦਾ ਨਾਮ ਕੀ ਹੈਗਾ ਵੀ? ਲਾਰਡ ਵੈਲਜ਼ਲੀ। ਠੀਕ ਹੈ, ਇਸ ਗਵਰਨਰ ਜਨਰਲ ਦਾ ਨਾਮ ਕੀ ਹੈਗਾ? ਲਾਰਡ ਵੈਲਜ਼ਲੀ। ਇਹਨੇ ਸਹਾਇਕ ਸੰਧੀ ਅਪਣਾਈ ਸੀ। ਪ੍ਰਸ਼ਨ ਨੰਬਰ 16, ਕਬਾਇਲੀ ਸਮਾਜ ਦੇ ਲੋਕਾਂ ਦਾ ਰਹਿਣ ਸਹਿਣ ਆਮ ਲੋਕਾਂ ਨਾਲੋਂ ਵੱਖਰਾ ਹੈ। ਇਹਨਾਂ ਦੇ ਘਰਾਂ ਦਾ ਸਮਾਜਿਕ ਸਰੂਪ ਹੇਠ ਲਿਖਿਆਂ ਵਿੱਚੋਂ ਕਿਵੇਂ ਦਾ ਸੀ। ਹਾਂਜੀ, ਇਹ ਲੋਕ ਇੱਕ ਜਾਂ ਦੋ ਕਮਰਿਆਂ ਵਾਲੀਆਂ ਝੌਂਪੜੀਆਂ ਦੇ ਵਿੱਚ ਰਹਿੰਦੇ ਸੀ। ਪ੍ਰਸ਼ਨ ਨੰਬਰ 17, 1857 ਈਸਵੀ ਦੇ ਵਿਦਰੋਹ ਸਭ ਤੋਂ ਪਹਿਲਾਂ ਸੈਨਿਕਾਂ ਨੇ ਸ਼ੁਰੂ ਕੀਤਾ। ਕਿਉਂ? ਹਾਂਜੀ, ਸੈਨਿਕਾਂ ਦੇ ਇਹ ਵਿਦਰੋਹ ਸ਼ੁਰੂ ਕਰਨ ਦਾ ਇੱਕ ਕਾਰਨ ਸੀ ਵੀ ਉਹਨਾਂ ਨੂੰ ਇੱਕ ਨਵੀਂ ਕਿਸਮ ਦੀਆਂ ਜਿਹੜੀ ਐਨਫੀਲਡ ਰਾਈਫਲਾਂ ਸੀ ਉਹ ਦਿੱਤੀਆਂ ਗਈਆਂ, ਅਤੇ ਇਹਨਾਂ ਰਾਈਫਲਾਂ ਦੇ ਜਿਹੜੇ ਕਾਰਤੂਸ ਭਰਨੇ ਪੈਂਦੇ ਸੀ ਉਹਨਾਂ ਨੂੰ ਪਹਿਲਾਂ ਮੂੰਹ ਨਾਲ ਛਿੱਲਣਾ ਪੈਂਦਾ ਸੀ। ਤਾਂ ਇਹ ਕਿਹਾ ਗਿਆ ਵੀ ਇਹਨਾਂ ਕਾਰਤੂਸਾਂ ਦੇ ਉੱਪਰ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੋਈ ਹੈਗੀ। ਇਸ ਕਰਕੇ ਜਿਹੜੇ ਸੈਨਿਕ ਸੀ ਉਹਨਾਂ ਦੇ ਮਨਾ ਕਰਨ ਤੇ ਜਦੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਫੋਰਸ ਕੀਤਾ ਤਾਂ ਇਹਨਾਂ ਸੈਨਿਕਾਂ ਨੇ ਵਿਦਰੋਹ ਸ਼ੁਰੂ ਕਰ ਦਿੱਤਾ। ਪ੍ਰਸ਼ਨ ਨੰਬਰ 18, ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਸਥਾਪਿਤ ਕੀਤੇ ਸਾਰੇ ਉਦਯੋਗਾਂ ਲਈ ਕੋਲੇ ਦੀ ਜ਼ਰੂਰਤ ਸੀ। ਉਹਨਾਂ ਦੁਆਰਾ ਕੋਲੇ ਦੀ ਪੂਰਤੀ ਲਈ ਕਿੱਥੇ ਨਵੀਆਂ ਖਾਣਾਂ ਸਥਾਪਿਤ ਕੀਤੀਆਂ ਗਈਆਂ? ਰਾਣੀਗੰਜ ਦੇ ਵਿੱਚ। ਠੀਕ ਹੈ, ਇਹ ਜਿਹੜੀਆਂ ਖਾਣਾਂ ਸੀ 1854 ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਸੀ ਰਾਣੀਗੰਜ ਦੇ ਵਿੱਚ, ਤਾਂ ਜੋ ਉੱਥੋਂ ਵੱਧ ਤੋਂ ਵੱਧ ਕੋਲਾ ਪ੍ਰਾਪਤ ਕੀਤਾ ਜਾ ਸਕੇ। ਪ੍ਰਸ਼ਨ ਨੰਬਰ 19, ਉਸ ਭਾਰਤੀ ਸਮਾਜ ਸੁਧਾਰਕ ਦਾ ਨਾਮ ਦੱਸੋ ਜਿਸ ਨੇ ਅੰਗਰੇਜ਼ੀ ਦੀ ਨਵੀਂ ਸਿੱਖਿਆ ਨੀਤੀ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ। ਹਾਂਜੀ, ਇਹਨਾਂ ਦਾ ਨਾਮ ਸੀ ਰਾਜਾ ਰਾਮ ਮੋਹਨ ਰਾਏ। ਇਹਨਾਂ ਦੇ ਯਤਨਾਂ ਸਦਕੇ ਜਿਹੜੀ ਸਤੀ ਪ੍ਰਥਾ ਸੀ ਉਸ ਨੂੰ ਲਾਰਡ ਵਿਲੀਅਮ ਬੈਂਟਿੰਗ ਨੇ ਗੈਰ ਕਾਨੂੰਨੀ ਘੋਸ਼ਿਤ ਕਰਤਾ ਸੀ ਅਤੇ ਉਹਦੇ ਉੱਪਰ ਰੋਕ ਲਗਾ ਦਿੱਤੀ ਸੀ। ਪ੍ਰਸ਼ਨ ਨੰਬਰ 20, ਉਹ ਕਿਹੜਾ ਸ਼ਹਿਰ ਹੈ ਜਿਸ ਦੇ ਭਵਨ ਨਿਰਮਾਣ ਕਲਾ ਦੇ ਨਮੂਨੇ ਅੱਜ ਵੀ ਸਾਨੂੰ ਬਸਤੀਵਾਦੀ ਸ਼ਾਸਕਾਂ ਦੇ ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦੇ ਹਨ ਅਤੇ ਉਸ ਸ਼ਹਿਰ ਵਿੱਚ ਸਾਰੀਆਂ ਇਮਾਰਤਾਂ ਭਾਰਤੀ ਯੂਰਪੀਅਨ ਸ਼ੈਲੀ ਦੀਆਂ ਬਣੀਆਂ ਹੋਈਆਂ ਹਨ। ਹਾਂਜੀ, ਇਹ ਸ਼ਹਿਰ ਹੈਗਾ ਕਲਕੱਤਾ। ਕਲਕੱਤੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਮਾਰਤਾਂ ਨੇ ਉਹ ਅੰਗਰੇਜ਼ਾਂ ਵੇਲੇ ਦੀਆਂ ਬਣੀਆਂ ਹੋਈਆਂ ਨੇ। ਬੇਸ਼ੱਕ ਮੁੰਬਈ ਦੇ ਵਿੱਚ ਵੀ ਨੇ। ਪ੍ਰਸ਼ਨ ਨੰਬਰ 21, ਚੋਰਾ ਚੋਰੀ ਦੀ ਘਟਨਾ ਵਾਪਰਨ ਤੇ ਗਾਂਧੀ ਜੀ ਨੇ ਨਾਮ ਮਿਲਵਰਤਨ ਅੰਦੋਲਨ ਨੂੰ ਕਿਸ ਸਥਾਨ ਤੇ ਮੁਲਤਵੀ ਕੀਤਾ ਸੀ? ਹਾਂਜੀ, ਬਾਰਦੌਲੀ ਦੇ ਵਿੱਚ, ਕਿਉਂਕਿ ਇੱਥੇ ਜਿਹੜੀ ਇਹ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਨੇ ਨਾਮ ਮਿਲਵਰਤਨ ਜਿਹੜਾ ਅੰਦੋਲਨ ਸੀ ਉਸ ਨੂੰ ਵਾਪਿਸ ਲੈ ਲਿਆ ਸੀ।
ਪ੍ਰਸ਼ਨ ਨੰਬਰ 22, ਉਹ ਕਾਨੂੰਨੀ ਦਸਤਾਵੇਜ਼ ਜਿਸ ਨਾਲ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ, ਉਹਨਾਂ ਕਾਨੂੰਨੀ ਦਸਤਾਵੇਜ਼ਾਂ ਨਾਲ ਕੇਂਦਰੀ ਸਰਕਾਰਾਂ ਅਤੇ ਰਾਜ ਸਰਕਾਰਾਂ ਪ੍ਰਸ਼ਾਸਨ ਚਲਾਉਂਦੀਆਂ ਨੇ, ਉਹਨਾਂ ਕਾਨੂੰਨੀ ਦਸਤਾਵੇਜ਼ਾਂ ਨੂੰ ਕੀ ਕਿਹਾ ਜਾਂਦਾ ਗਾ? ਹਾਂਜੀ, ਇਹਨੂੰ ਕੀ ਕਿਹਾ ਜਾਂਦਾ ਵੀ? ਸੰਵਿਧਾਨ। ਸੰਵਿਧਾਨ ਇੱਕ ਕੀ ਹੈਗਾ? ਮੌਲਿਕ ਕਾਨੂੰਨੀ ਦਸਤਾਵੇਜ਼ ਹੈ ਜਿਸ ਦੇ ਅਨੁਸਾਰ ਕਿਸੇ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਗਾ। ਪ੍ਰਸ਼ਨ ਨੰਬਰ 23, ਸਮਾਜ ਵਿੱਚ ਊਚ ਨੀਚ, ਅਮੀਰ ਗਰੀਬ, ਰੰਗ, ਨਸਲ, ਜਾਤ ਪਾਤ ਅਤੇ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹਨ। ਇਹ ਕਿਹੜਾ ਮੁੱਢਲਾ ਅਧਿਕਾਰ ਹੈ? ਹਾਂਜੀ, ਇਹ ਅਧਿਕਾਰ ਹੈਗਾ ਸਮਾਨਤਾ ਦਾ ਅਧਿਕਾਰ। ਪ੍ਰਸ਼ਨ ਨੰਬਰ 24, ਨਾਗਰਿਕਾਂ ਨੂੰ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਦਾ ਗਿਆਨ ਕਿਹੜਾ ਅਧਿਕਾਰ ਕਰਵਾਉਂਦਾ ਹੈ? ਹਾਂਜੀ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਅਨੁਛੇਦ 32 ਦੇ ਵਿੱਚ ਇਹਦਾ ਜ਼ਿਕਰ ਹੈਗਾ। ਪ੍ਰਸ਼ਨ ਨੰਬਰ 25, ਦੇਸ਼ ਦੇ ਸ਼ਾਸਨ ਪ੍ਰਬੰਧ ਦਾ ਅਸਲੀ ਕਰਤਾ ਧਰਤਾ ਪ੍ਰਧਾਨ ਮੰਤਰੀ ਹੁੰਦਾ ਹੈ, ਪਰੰਤੂ ਰਾਜ ਦੇ ਸ਼ਾਸਨ ਪ੍ਰਬੰਧ ਦਾ ਅਸਲੀ ਕਰਤਾ ਧਰਤਾ ਕੌਣ ਹੁੰਦਾ ਹੈ? ਹਾਂਜੀ, ਦੇਖੋ ਵੀ ਦੇਸ਼ ਦੇ ਸ਼ਾਸਨ ਪ੍ਰਬੰਧ ਦਾ ਅਸਲੀ ਕਰਤਾ ਧਰਤਾ ਪ੍ਰਧਾਨ ਮੰਤਰੀ, ਤੇ ਰਾਜ ਦੇ ਸ਼ਾਸਨ ਪ੍ਰਬੰਧ ਦਾ ਕਰਤਾ ਧਰਤਾ ਕੌਣ ਹੁੰਦਾ ਹੈਗਾ? ਮੁੱਖ ਮੰਤਰੀ। ਠੀਕ। ਪ੍ਰਸ਼ਨ ਨੰਬਰ 26, ਲੋਕ ਸਭਾ ਚੋਣਾਂ ਦੀ ਚੋਣ ਪ੍ਰਕਿਰਿਆ ਦੌਰਾਨ ਜਦੋਂ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਫਾਰਮ ਭਰਿਆ ਜਾਂਦਾ ਹੈ ਤਾਂ ਉਹ ਉਸ ਨੂੰ ਨਿਸ਼ਚਿਤ ਮਿਤੀ ਅਤੇ ਸਮੇਂ ਤੇ ਕਿਸ ਅਧਿਕਾਰੀ ਸਾਹਮਣੇ ਪੇਸ਼ ਕਰਦਾ ਹੈ? ਕਿੱਥੇ ਪੇਸ਼ ਕਰਦਾ ਵੀ? ਰਿਟਰਨਿੰਗ ਆਫਿਸਰ ਦੇ ਕੋਲ। ਪ੍ਰਸ਼ਨ ਨੰਬਰ 27, ਮੰਨ ਲਓ ਤੁਸੀਂ ਆਪਣੇ ਰਾਜ ਦੀਆਂ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੇ ਹੋ, ਹੇਠ ਲਿਖਿਆਂ ਵਿੱਚੋਂ ਤੁਹਾਡੇ ਵਿੱਚ ਕਿਹੜੀ ਯੋਗਤਾ ਹੋਣੀ ਸਭ ਤੋਂ ਜ਼ਰੂਰੀ ਹੈ? ਹਾਂਜੀ, ਇਹਨਾਂ ਦੇ ਵਿੱਚ ਦੇਖੋ ਕਿਹੜੀ ਯੋਗਤਾ ਸਭ ਤੋਂ ਜ਼ਰੂਰੀ ਹੈ ਵੀ? ਤੁਹਾਨੂੰ ਭਾਰਤ ਦੇ ਨਾਗਰਿਕ ਹੋਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 28, ਮੰਨ ਲਓ ਤੁਸੀਂ ਕਿਸੇ ਵਿਅਕਤੀ ਦੇ ਖਿਲਾਫ FIR ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਵਿੱਚ ਜਾਂਦੇ ਹੋ, ਪਰੰਤੂ ਉੱਥੇ ਥਾਣੇਦਾਰ ਮੌਜੂਦ ਨਹੀਂ ਹੈ। ਤੁਸੀਂ ਹੇਠ ਲਿਖਿਆਂ ਵਿੱਚੋਂ ਕਿਸ ਕੋਲ ਆਪਣੀ FIR ਦਰਜ ਕਰਵਾਓਗੇ? ਹਾਂਜੀ, ਪੁਲਿਸ ਸਟੇਸ਼ਨ ਦੇ ਸਿਪਾਹੀ ਦੇ ਕੋਲ। ਪ੍ਰਸ਼ਨ ਨੰਬਰ 29, ਸੁਰਜੀਤ ਸਿੰਘ ਜ਼ਮੀਨੀ ਝਗੜੇ ਦਾ ਕੇਸ ਜ਼ਿਲ੍ਹਾ ਅਦਾਲਤ ਵਿੱਚ ਚੱਲਿਆ, ਪਰੰਤੂ ਉਹ ਜ਼ਿਲ੍ਹਾ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਸੀ। ਹੁਣ ਉਹ ਕਿਹੜੀ ਅਦਾਲਤ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਫੈਸਲੇ ਦੇ ਵਿਰੁੱਧ ਕੇਸ ਦਰਜ ਕਰ ਸਕਦਾ ਹੈ? ਹਾਂਜੀ, ਕਿੱਥੇ ਦਰਜ ਕਰ ਸਕਦਾ ਹੈਗਾ? ਹਾਈ ਕੋਰਟ ਦੇ ਵਿੱਚ। ਪ੍ਰਸ਼ਨ ਨੰਬਰ 30, RTE, ਇੱਥੇ RTI ਨਹੀਂ ਹੈ ਵੀ, ਇੱਥੇ RTE ਹੈ, ਰਾਈਟ ਟੂ ਐਜੂਕੇਸ਼ਨ, ਸਿੱਖਿਆ ਦਾ ਅਧਿਕਾਰ ਜਿਹੜਾ ਐਕਟ ਸੀ, ਇਸ ਨੂੰ ਕਦੋਂ ਲਾਗੂ ਕੀਤਾ ਗਿਆ? ਹਾਂਜੀ, ਇਹਨੂੰ ਲਾਗੂ ਕੀਤਾ ਗਿਆ ਵੀ 1 ਅਪ੍ਰੈਲ 2010 ਦੇ ਵਿੱਚ। ਬੇਸ਼ੱਕ ਇਹ 2009 ਦੇ ਵਿੱਚ ਪਾਸ ਹੋ ਗਿਆ ਸੀ, ਪਰ ਇਹਨੂੰ ਲਾਗੂ ਕੀਤਾ ਗਿਆ 1 ਅਪ੍ਰੈਲ 2010 ਦੇ ਵਿੱਚ। ਠੀਕ ਹੈ, ਰਾਈਟ ਟੂ ਐਜੂਕੇਸ਼ਨ। ਤਾਂ ਇਹ 30 ਪ੍ਰਸ਼ਨ ਸੀ ਪਿਆਰੇ ਵਿਦਿਆਰਥੀ ਜਿਹੜੇ ਆਪਾਂ ਤੁਹਾਡੇ ਲਈ ਹੱਲ ਕੀਤੇ ਹੈਗੇ। ਠੀਕ ਹੈ, ਤੇ ਇਹ 30 ਪ੍ਰਸ਼ਨ ਹੈਗੇ ਜਿਹੜੇ ਤੁਹਾਨੂੰ ਇਸ ਵਾਰ ਤੁਹਾਡਾ ਹਫਤਾਵਾਰੀ ਟੈਸਟ ਹੋਏਗਾ ਨੈਸ ਦਾ, ਜਿਹਦੇ ਵਿੱਚ ਤੁਹਾਨੂੰ ਪੂਰਾ ਇੱਕ ਸੈੱਟ ਆਏਗਾ, 2 ਵਿਸ਼ੇ ਆਉਣਗੇ। ਠੀਕ ਹੈ, ਤਾਂ ਉਹਨਾਂ ਦੇ ਵਿੱਚ ਇਹ 30 ਕੁਐਸਚਨ ਤੁਹਾਨੂੰ ਆਉਣਗੇ। ਇਸ ਕਰਕੇ ਤੁਸੀਂ ਇਹਨਾਂ ਨੂੰ ਦੁਬਾਰਾ ਫੇਰ ਵੇਖ ਲਿਓ ਅਤੇ ਆਪਣੀ ਬੁੱਕਲੈਟ ਦੇ ਉੱਪਰ ਇਹਨਾਂ ਨੂੰ ਟਿਕ ਕਰ ਲਿਓ, ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਕਰ ਲਿਓ, ਤਾਂ ਜੋ ਜਿਹੜਾ ਤੁਹਾਡਾ ਹਫਤਾਵਾਰੀ ਟੈਸਟ ਹੋਏਗਾ ਨੈਸ ਦਾ, ਉਹਦੇ ਵਿੱਚੋਂ ਤੁਹਾਡੇ ਚੰਗੇ ਨੰਬਰ ਆ ਸਕਣ। ਠੀਕ ਹੈ ਬੇਟਾ, ਪਰ ਜਲਦੀ ਤੁਹਾਡੇ ਲਈ ਜਿਹੜਾ ਹਫਤਾ 6 ਹੈਗਾ ਸੈਂਪਲ ਪੇਪਰ 6 ਉਹ ਵੀ ਹੱਲ ਕਰਾਂਗੇ। ਤਦ ਤੱਕ ਲਈ ਤੁਸੀਂ ਇਸ ਦੀ ਵਧੀਆ ਢੰਗ ਨਾਲ ਤਿਆਰੀ ਕਰੋ। ਓਕੇ ਬੇਟਾ, ਥੈਂਕ ਯੂ।